आप लिहो तुम कथा सुधारी। सतनाम श्री वाहिगुरु ਸਾਹਿਬ ਜੀ ਦੋਹਰਾ ਹਰੀ ਚੰਦ ਗੁਰ ਸਸਨ ਜੋ ਪਿਤਾ ਨਾਨਕੀ ਕੇਰ ਆਇਓ ਬਹਿਰ ਸਭਾ ਰਜਾ ਭਗਤ ਹਰ ਪ੍ਰੇਮ ਵਡੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਗੋਦ ਵਿੱਚ ਸੰਧਿਆ ਦੇ ਦੀਵਾਨ ਸਜੇ ਨੇ। ਆਪ ਜੀ ਗੁਰੂ ਕੀ ਬਾਣੀ ਦਾ ਪਾਠ ਕੀਰਤਨ ਸਰਵਣ ਕਰ ਰਹੇ ਸੀ। ਵੱਡੇ ਭਾਗਾਂ ਵਾਲੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਮੇਰੀਆਂ ਪੀਰੀਆਂ ਦੇ ਮਾਲਕ ਸੱਚੇ ਪਾਤਸ਼ਾਹ, ਤਿਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਣ ਦੀਆਂ ਤਿਆਰੀਆਂ ਕਰ ਲਈਆਂ, ਕਿਉਂਕਿ ਆਉਣ ਵਾਲਾ ਸਮਾਂ ਜੰਗਾਂ ਯੁੱਧਾਂ ਦਾ ਦਿਸ ਰਿਹਾ ਹੈ। ਅੰਮ੍ਰਿਤਸਰ ਦੀ ਧਰਤੀ 'ਤੇ ਜੇ ਜੰਗ ਲੜਾਂਗੇ, ਦਰਬਾਰ ਸਾਹਿਬ ਦੀ ਬੇਅਦਬੀ ਹੋਵੇਗੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਨਾ ਹੋਵੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਬੇਅਦਬੀ ਨਾ ਹੋਵੇ। ਇਸ ਕਰਕੇ ਇੱਥੋਂ ਟਾਲਾ ਕਰ ਜਾਈਏ ਅਤੇ ਹੋਰ ਥਾਂ 'ਤੇ ਜਾ ਕੇ ਜੰਗ ਯੁੱਧ ਕਰੀਏ। ਮਹਾਰਾਜ ਸਾਹਿਬ ਜੀ ਨੇ ਇੱਥੋਂ ਜਾਣ ਦੀਆਂ ਤਿਆਰੀਆਂ ਕਰ ਲਈਆਂ। ਜਦੋਂ ਸ੍ਰੀ ਹਰਿਮੰਦਰ ਸਾਹਿਬ ਗਏ, ਅਰਦਾਸ ਕੀਤੀ ਕਿ ਇਹ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਵਿੱਤਰ ਨਗਰੀ 'ਚ ਰਹੇ ਹਾਂ, ਜੰਮੇ ਪਲੇ ਹਾਂ, ਇੱਥੇ ਖੇਡੇ ਹਾਂ, ਸਾਰਾ ਜੀਵਨ ਬਿਤਾਇਆ ਹੈ। ਅੱਜ ਤੁਹਾਡੀ ਨਗਰੀ ਨੂੰ ਛੱਡ ਕੇ ਜਾ ਰਹੇ ਹਾਂ। ਪਾਤਸ਼ਾਹ, ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਦਰਸ਼ਨ ਹੋਣੇ ਕਿ ਨਹੀਂ ਹੋਣੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ। ਆਪ ਜੀ ਸਦਾ ਹੀ ਇੱਥੇ ਵਾਸਾ ਕਰੋ, ਸਦਾ ਹੀ ਦਰਬਾਰ ਸਾਹਿਬ ਵਿੱਚ ਰੌਣਕਾਂ ਲੱਗਦੀਆਂ ਰਹਿਣ, ਸੰਗਤਾਂ ਆਉਂਦੀਆਂ ਰਹਿਣ, ਇਸੇ ਤਰ੍ਹਾਂ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਰਹਿਣ, ਗੁਰੂ ਕੇ ਲੰਗਰ ਵਰਤਦੇ ਰਹਿਣ। ਪਰ ਸਾਨੂੰ ਆਗਿਆ ਦਿਓ, ਛੁੱਟੀਆਂ ਦਿਓ। ਤੁਰਨ ਲੱਗਿਆਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪਾਵਨ ਸਰੂਪ ਭਾਈ ਗੁਰਦਾਸ ਜੀ ਵਾਲਾ ਨਾਲ ਲੈ ਲਿਆ ਹੈ, ਕਿਉਂਕਿ ਇਹ ਅਣਮੁੱਲਾ ਖਜ਼ਾਨਾ ਗੁਰੂ ਸਾਹਿਬ ਜੀ ਨੇ ਸਾਂਭਣਾ ਸੀ। ਅੱਜ ਵੀ ਗੁਰੂ ਸਾਹਿਬ ਦੇ ਪਰਿਵਾਰ ਵਿੱਚ ਹੀ ਹੈ। ਸੋ ਸਾਧ ਸੰਗਤ ਜੀ, ਜਿਸ ਨੂੰ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਸਰੂਪ ਕਹਿੰਦੇ, ਬਾਬਾ ਧੀਰਮਲ ਜੀ ਗੁਰੂ ਮਹਾਰਾਜ ਦੇ ਪੋਤਰੇ ਸਨ, 6ਵੇਂ ਪਾਤਸ਼ਾਹ ਦੇ। ਉਹਨਾਂ ਦੀ ਅੰਸ ਬੰਸ ਕੋਲ ਉਹ ਸਰੂਪ ਮੌਜੂਦ ਹੈ। ਸੋ ਮਹਾਰਾਜ ਸਾਹਿਬ ਜੀ ਇੱਥੋਂ ਚਾਲਾ ਪਾ ਰਹੇ ਨੇ। ਅੱਗੇ ਕਥਾ ਸਰਵਣ ਕਰੀਏ। ਸੰਗਤਾਂ ਬੈਰਾਗ ਦੇ ਵਿੱਚ ਆ ਗਈਆਂ ਨੇ, ਕਹਿੰਦੀਆਂ ਮਹਾਰਾਜ ਸਾਨੂੰ ਛੱਡ ਕੇ ਨਾ ਜਾਓ, ਅਸੀਂ ਨਾਲ ਜਾਵਾਂਗੇ ਜੇ ਤੁਸੀਂ ਜਾਓਗੇ। ਮਹਾਰਾਜ ਵਿਚਾਰ ਕਰਦੇ ਹੈ ਵੀ ਹੁਣ ਕੀ ਕਰੀਏ, ਸਾਡੇ ਤੋਂ ਪਿੱਛੇ ਸ਼ਹਿਰ ਵਾਲੇ ਰਹਿਣਾ ਨਹੀਂ ਚਾਹੁੰਦੇ, ਅਤੇ ਜੇ ਇਹ ਚਲੇ ਜਾਣਗੇ ਤਾਂ ਨਗਰ ਉੱਜੜ ਜਾਏਗਾ, ਗੁਰੂ ਕੀ ਨਗਰੀ। ਇੱਥੇ ਕੌਣ ਸੇਵਾ ਕਰੇਗਾ, ਅੰਮ੍ਰਿਤਸਰ ਕੌਣ ਰਹੇਗਾ। ਬੜੀ ਅਸਮੰਜਸ ਜੀ ਬਣੀ ਹੋਈ ਹੈ। ਮਹਾਰਾਜ 6ਵੇਂ ਪਾਤਸ਼ਾਹ ਸੰਗਤਾਂ ਨੂੰ ਉਪਦੇਸ਼ ਦੇ ਕੇ, ਧੀਰਜ ਦੇ ਕੇ ਸਮਝਾ ਰਹੇ ਨੇ। ਅੱਗੇ ਕਥਾ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਰਾਜ ਦੇ ਜੋ ਸਹੁਰਾ ਸਾਹਿਬ ਸਨ ਬਾਬਾ ਹਰੀ ਚੰਦ ਜੀ, ਮਾਤਾ ਨਾਨਕੀ ਜੀ ਦੇ ਪਿਤਾ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਨਾ ਜੀ ਸਨ। ਉਹ ਆਪਣੀ ਪਤਨੀ ਸਮੇਤ ਬਾਹਰ ਆਏ ਨਗਰ ਤੋਂ। ਬੜੇ ਪ੍ਰੇਮ ਨਾਲ ਮਹਾਰਾਜ 6ਵੇਂ ਪਾਤਸ਼ਾਹ ਨੂੰ ਕਹਿੰਦੇ ਹਨ, ਸਾਰੇ ਪਰਿਵਾਰ ਸਮੇਤ ਗੁਰੂ ਜੀ ਨੂੰ ਜਾਂਦਿਆਂ ਜਦੋਂ ਵੇਖਿਆ ਬਾਬਾ ਹਰੀ ਚੰਦ ਜੀ ਨੇ, ਕਹਿੰਦੇ ਅੱਖਾਂ ਵਿੱਚੋਂ ਹੰਝੂ ਵਗਦੇ, ਅੱਖਾਂ ਵਿੱਚੋਂ ਬਾਬਾ ਹਰੀ ਚੰਦ ਜੀ ਦੇ ਜਲ ਜਾ ਰਿਹਾ ਹੈ। ਉਹਨਾਂ ਦੀ ਪਤਨੀ ਵੀ ਰੋ ਰਹੀ ਹੈ। ਤੇ ਬਾਬਾ ਹਰੀ ਚੰਦ ਜੀ ਕਹਿੰਦੇ, ਮਹਾਰਾਜ ਇਹ ਨਗਰੀ ਤੁਹਾਡੀ ਹੈ, ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਹੈ ਤੇ ਤੁਹਾਡੇ ਆਸਰੇ ਤੇ। ਜੇ ਨਗਰੀ ਦਾ ਰਾਜਾ ਨਾ ਹੋਵੇ ਤੇ ਨਗਰੀ ਸ਼ੋਭਾ ਨਹੀਂ ਪਾਉਂਦੀ। ਆਪ ਇਸ ਨਗਰੀ ਦੇ ਮਾਲਕ ਹੋ, ਸਾਰੀ ਨਗਰੀ ਤੁਹਾਡੀ ਹੈ। ਤੇ ਮਹਾਰਾਜ ਤੁਸੀਂ ਇਹਨੂੰ ਛੱਡਦਿਆਂ ਦੇਰੀ ਨਹੀਂ ਲਾਈ, 1 ਮਿੰਟ 'ਚ ਹੀ ਛੱਡ ਚੱਲੇ ਹੋ। ਸਾਡਾ ਕੀ ਬਣੇਗਾ ਤੁਹਾਡੇ ਤੋਂ ਬਿਨਾਂ। ਇਸ ਨਗਰ ਦੇ ਵਿੱਚ ਕਿਵੇਂ ਗੁਜ਼ਾਰਾ ਕਰਾਂਗੇ। ਜਿਵੇਂ ਪਤੀ ਤੋਂ ਬਿਨਾਂ ਇਸਤਰੀ ਸ਼ੋਭਾ ਨਹੀਂ ਪਾਉਂਦੀ,
ਤੇ ਚੰਦਰਮਾ ਤੋਂ ਬਿਨਾਂ ਰਾਤ ਸੋਹਣੀ ਨਹੀਂ ਲੱਗਦੀ। ਰਾਤ ਹਨੇਰੀ ਹੁੰਦੀ ਹੈ ਚੰਦਰਮਾ ਤੋਂ ਬਿਨਾਂ। वह पालक बिन चमू न आछा, ਤੇ ਰਾਜੇ ਤੋਂ ਬਿਨਾਂ, ਸੈਨਾਪਤੀ ਤੋਂ ਬਿਨਾਂ ਫੌਜ ਨਹੀਂ ਸੋਭਦੀ। तथा पुरी सब तुमरी पाछा। ਮਹਾਰਾਜ ਜੀਓ, ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਨਗਰੀ ਜਿਹੜੀ ਸ੍ਰੀ ਅੰਮ੍ਰਿਤਸਰ ਸੋਭਾ ਨਹੀਂ ਪਾਏਗੀ। ਅੰਮ੍ਰਿਤਸਰ ਤੁਹਾਡੇ ਨਾਲ ਹੀ ਸੋਭਦਾ। ਘੋੜ ਬਿਨਾਂ ਕੈਸੇ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਸਾਧ ਸੰਗਤ ਜੀ, ਘੋੜੇ ਤੋਂ ਬਿਨਾਂ ਸਵਾਰ ਕਿਵੇਂ ਸਵਾਰ ਹੋਵੇਗਾ, ਤੇ ਸਾਧੂ ਤੋਂ ਬਿਨਾਂ ਦਰਬਾਰ ਕਿਵੇਂ ਸੋਭਾ ਪਾਏਗਾ। ਗੁਰਬਾਣੀ 'ਚ ਬਚਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਹਾਂਜੀ, ਰਹਿ ਉਡੀਕਤ ਆਗਿਆ ਗਏ। ਸਾਧ ਸੰਗਤ ਜੀ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬਾਬਾ ਹਰੀਚੰਦ ਜੀ ਬੇਨਤੀ ਕਰੇ, ਮਹਾਰਾਜ ਜੀ ਅੱਗੇ ਤੁਸੀਂ ਗਏ ਸੀ ਨਾ, ਜਿੰਨਾ ਚਿਰ ਤੁਸੀਂ ਆਏ ਨਹੀਂ ਅਸੀਂ ਉਡੀਕਦੇ ਰਹੇ। ਸਾਰਾ ਨਗਰ ਇੱਕ ਇੱਕ ਦਿਨ ਉਡੀਕਦਾ ਸੀ, ਕਦੋਂ ਆਉਣਗੇ ਮਹਾਰਾਜ, ਕਦੋਂ ਆਉਣਗੇ ਮਹਾਰਾਜ। ਤੇ ਜਦੋਂ ਤੁਸੀਂ ਆਏ ਤੇ ਸ਼ਹਿਰ 'ਚ ਰੌਣਕਾਂ ਲੱਗ ਗਈਆਂ, ਸਾਰੇ ਪਾਸੇ ਖੁਸ਼ੀ ਖੁਸ਼ੀ ਹੋ ਗਈ। ਹਾਂਜੀ, ਕੇਤਕ ਦਿਨ ਨਹ ਆਵਨ ਕੇ। ਚਲੋ ਆ ਜਾਂਦੇ ਸੀ ਅੱਗੇ, 6 ਮਹੀਨਿਆਂ ਬਾਅਦ ਆ ਗਏ, ਸਾਲ ਬਾਅਦ ਆ ਗਏ, ਆ ਤਾਂ ਜਾਂਦੇ ਸੀ ਤੁਸੀਂ ਮਹਾਰਾਜ। ਔਰ ਜਨ ਨਿਰਤ ਹਰ ਕਿਮ ਰਹਾ। ਤੇ ਹੁਣ ਤੁਸੀਂ ਕਹਿੰਦੇ ਹੋ ਵੀ ਪੱਕੇ ਤੌਰ ਤੇ ਜਾ ਰਹੇ ਆ ਮਹਾਰਾਜ, ਤੁਹਾਡੇ ਤੋਂ ਬਿਨਾਂ ਕਿਹਦੇ ਆਸਰੇ ਤੇ ਅਸੀਂ ਨਿਆਸਰੇ ਹੋ ਜਾਵਾਂਗੇ। ਨਿਆਸਰੇ ਹੋ ਕੇ ਕਿਵੇਂ ਰਵਾਂਗੇ ਉਜਰ ਜਾਤ ਕੈ ਤੁਮ ਸੰਗ ਰਹਾ। ਮਹਾਰਾਜ। ਜਾਂ ਤਾਂ ਤੁਹਾਡੇ ਨਾਲ ਜਾਣਗੇ ਸਾਰੇ, ਨਾਲ ਹੀ ਲੈ ਚੱਲੋ, ਤੇ ਜਾਂ ਉਜੜ ਜਾਵਾਂਗੇ ਸਤਿਗੁਰੂ ਜੀ, ਉਜੜ ਜਾਵਾਂਗੇ। ਅਸੀਂ ਇੱਥੇ ਨਹੀਂ ਰਹਿਣਾ ਕਿਸੇ ਨੇ। ਮਹਾਰਾਜ ਗੁਰੂ ਦੀ ਨਗਰੀ ਦਾ ਕੀ ਬਣੇਗਾ। ਮੈਂ ਅਬ ਤਿਆਰ ਹੋਏ ਕਰ ਆਇਓ। ਮਹਾਰਾਜ ਮੈਂ ਤਿਆਰ ਹੋ ਕੇ ਆਇਆ। ਆਪ ਜੀ ਨੂੰ ਸੱਚੇ ਪਾਤਸ਼ਾਹ ਜੀ ਬੇਨਤੀ ਕਰਨੋਂ ਵੀ ਮੈਨੂੰ ਵੀ ਨਾਲ ਲੈ ਚੱਲੋ। ਚਾਹਾਂ ਆਪਕੇ ਸੰਗ ਸਿਧਾਇਓ। ਆਪ ਜੀ ਦੇ ਨਾਲ ਹੀ ਜਾਣਾ ਚਾਹੁੰਦਾ ਮੈਂ ਵੀ, ਪਰਿਵਾਰ ਸਮੇਤ, ਆਪਣੀ ਪਤਨੀ ਸਮੇਤ ਨਾਲ ਹੀ ਚੱਲਾਂਗਾ ਤੁਹਾਡੇ। ਸਦਾ ਸਦਾ ਸਤ ਸਹਿਤ ਤਿਹਾਰੀ। ਮਹਾਰਾਜ ਮੇਰੀ ਬੇਟੀ ਨਾਨਕੀ, ਤੁਹਾਡੀ ਧਰਮ ਪਤਨੀ ਤੁਹਾਡੇ ਨਾਲ ਜਾ ਰਹੀ ਹੈ, ਤੇ ਮੇਰੇ ਦੋਹਤੇ ਤੇਗ ਬਹਾਦਰ ਤੇ ਅਣੀ ਰਾਏ ਵੀ ਨਾਲ ਜਾ ਰਹੇ ਨੇ। ਔਰ ਆਨੰਦ ਨਿਤ ਲਹੋ ਨਿਖਾਰੀ। ਜਦੋਂ ਇੱਥੇ ਹੁੰਦੇ ਸੀ, ਆਪਣੀ ਬੇਟੀ ਦਾ ਮੂੰਹ ਵੇਖ ਕੇ, ਨਾਨਕੀ ਦਾ, ਆਪਣੇ ਦੋਹਤੇ ਤੇਗ ਬਹਾਦਰ ਨੂੰ ਵੇਖ ਕੇ ਮੈਂ ਖੁਸ਼ ਹੁੰਦਾ ਸੀ। ਸੁਨ ਕਰ ਸਸਰ ਗਿਰਾ ਗਿਰ ਭਾਈ। ਬਾਬਾ ਹਰੀ ਚੰਦ ਜੀ ਦੀ ਬੇਨਤੀ ਸੁਣ ਕੇ ਮਹਾਂਬਲੀ ਸਤਿਗੁਰੂ 6ਵੇਂ ਪਾਤਸ਼ਾਹ ਜੀ ਧੀਰਜ ਦੇਵੇ ਹੇਤ ਵਿਚਾਰੀ। ਧੀਰਜ ਦੇਣ ਵਾਸਤੇ, ਹੌਸਲਾ ਦੇਣ ਵਾਸਤੇ ਇਸ ਤਰ੍ਹਾਂ ਬੋਲੇ ਹਨ। ਇਹ ਗੁਰ ਪਰਣਿਤ ਬਸ ਹੈ ਸਮਾਇਆ। ਮਹਾਰਾਜ ਕਹਿੰਦੇ, ਬਾਪੂ ਜੀ, ਬਾਬਾ ਜੀ, ਇਹ ਗੁਰੂ ਦੀ ਨਗਰੀ ਹੈ, ਗੁਰੂ ਰਾਮਦਾਸ ਮਹਾਰਾਜ ਦੀ। ਇਹ ਦਿਨੋਂ ਦਿਨ ਵਸਦੀ, ਜੁਗੋ ਜੁਗ ਵਸਦੀ ਰਹੇ। ਗੁਰੂ ਰਾਮਦਾਸ ਤੇਰੀ ਨਗਰੀ ਜੁਗੋ ਜੁਗ ਵਸਦੀ ਰਹੇ। ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਬਸਦੀ ਸਘਨ ਅਪਾਰ, ਅਨੂਪ ਰਾਮਦਾਸਪੁਰ ਹਰਿ। ਹਾਂ ਨਾਨਕ ਕਸਮਲ ਜਾਏ, ਨਹਾਇ ਰਾਮਦਾਸ ਸਰ। ਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀ ਇਹ ਪਵਿੱਤਰ ਨਗਰੀ ਸਵਾਈ ਵਸੇਗੀ, ਜੁਗੋ ਜੁਗ ਵਸਦੀ ਰਹੇਗੀ। ਅੰਨ ਦਰਬ ਕੀ ਕਮੀ ਨ ਪਾਇਆ। ਹਾਂ ਬਾਪੂ ਜੀ, ਇੱਥੇ ਅੰਨ ਧਨ ਦੀ ਕੋਈ ਕਮੀ ਨਹੀਂ ਆਉਣੀ। ਇੱਥੇ ਮਾਇਆ ਧਨ ਪਦਾਰਥ ਸਭ ਕੁਝ ਆਵੇਗਾ। ਗੁਰੂ ਰਾਮਦਾਸ ਦਾ ਲੰਗਰ ਅਤੁੱਟ ਵਰਤੇਗਾ। ਲੱਖਾਂ ਸੰਗਤਾਂ ਇੱਥੇ ਲੰਗਰ ਛਕਿਆ ਕਰਨਗੀਆਂ। ਆਖੋ ਸਤਨਾਮ ਸ੍ਰੀ। ਸਾਧ ਸੰਗਤ ਜੀ, ਆ ਜਿਹੜੇ ਲੋਕ ਰਿਸਰਚ ਕਰਦੇ ਨੇ ਵੱਖਰੀਆਂ ਵੱਖਰੀਆਂ ਚੀਜ਼ਾਂ ਦੀ, ਇਹਨਾਂ ਨੇ ਰਿਸਰਚ ਕੀਤੀ ਵੀ ਸਭ ਤੋਂ ਵੱਡੀ ਰਸੋਈ ਦੁਨੀਆ ਦੀ, ਪੂਰੇ ਵਰਲਡ ਦੀ, ਜਿੱਥੇ 2 ਲੱਖ ਤੋਂ 2.5 ਲੱਖ ਤੋਂ ਘੱਟ ਨਹੀਂ ਕੋਈ ਲੰਗਰ ਛਕਦਾ ਰੋਜ਼, ਉਹ ਸ੍ਰੀ ਗੁਰੂ ਰਾਮਦਾਸ ਦਾ ਲੰਗਰ ਹੈ, ਜਿੱਥੇ 2.5 ਲੱਖ ਦੇ ਨੇੜੇ ਲੋਕ ਹੁਣ ਪ੍ਰਸ਼ਾਦਾ ਛਕਦੇ ਐਸ ਦੀ ਘੜੀ। ਉੱਥੇ 2-3 ਹਾਲ ਨੇ ਗੁਰੂ ਰਾਮਦਾਸ ਲੰਗਰ ਦੇ। ਇੱਕ ਪੰਗਤਾਂ ਲੱਗੀਆਂ ਹੁੰਦੀਆਂ ਨੇ ਤੇ ਦੂਜੇ ਸਫਾਈ ਹੋ ਜਾਂਦੀ ਹੈ, ਤੇ ਨਾਲ ਦੀ ਨਾਲ ਉੱਪਰਲੇ ਪਾਸੇ ਸੰਗਤਾਂ ਚਲੀ ਜਾਂਦੀਆਂ, ਬਹਿ ਜਾਂਦੀਆਂ ਨੇ। ਇੱਕੋ ਵਾਰੀ 5-5 ਹਜ਼ਾਰ ਬੰਦਾ ਲੰਗਰ ਛਕਦਾ। 24 ਘੰਟੇ, ਰਾਤ ਨੂੰ 2 ਵਜੇ ਜਾਓ, 3 ਵਜੇ ਜਾਓ, ਸਵੇਰੇ 4 ਵਜੇ ਵੀ ਜਾਓ, ਤਾਂ ਵੀ ਪ੍ਰਸ਼ਾਦਾ ਮਹਾਰਾਜ ਗੁਰੂ ਰਾਮਦਾਸ ਜੀ ਦਿੰਦੇ। ਤੇ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਲੰਗਰ ਇੱਦਾਂ ਹੀ ਚੱਲਦਾ ਰਹੇਗਾ। ਤੋੜ ਨਹੀਂ ਕਿਸੇ ਚੀਜ਼ ਦੀ ਆਵੇਗੀ। ਇਹ ਗੁਰੂ ਕੀ ਨਗਰੀ ਜੁਗੋ ਜੁਗ ਵਸੇਗੀ। ਰੰਕ ਬਸਾ ਜੋ ਤਨੀ ਬਨਾ ਹੈ। ਇੱਥੇ ਜੇ ਕੋਈ ਗਰੀਬ ਬੰਦਾ ਵੀ ਆ ਕੇ ਵਸੇਗਾ ਨਾ, ਉਹਨੂੰ ਮਹਾਰਾਜ ਗੁਰੂ ਰਾਮਦਾਸ ਜੀ ਇੰਨਾ ਕਾਰੋਬਾਰ ਦੇਣਗੇ, ਉਹ ਸ਼ਾਹੂਕਾਰ ਬਣ ਜਾਏਗਾ।
ਧਨੀ ਬਣ ਜਾਏਗਾ। ਅੰਮ੍ਰਿਤਸਰ ਦੇ ਸੇਠ ਸ਼ਾਹੂਕਾਰ ਦੁਨੀਆ 'ਚ ਪ੍ਰਸਿੱਧ ਨੇ। ਔਰ ਸਾਧ ਸੰਗਤ ਜੀ, ਸਾਰਿਆਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਜਿਹੜੇ ਪੁਰਾਣੇ ਗੁਰੂ ਰਾਮਦਾਸ ਦੇ ਟਾਈਮ ਤੋਂ ਵਸੇ ਨੇ ਕਈ, ਉਹ ਦੱਸਦੇ ਉਹਨਾਂ ਦੇ ਬੱਚੇ ਗਾਂ ਪੋਤੇ ਪੜੋਤੇ ਪੀੜ੍ਹੀਆਂ ਦਰ ਪੀੜ੍ਹੀਆਂ, ਬਈ ਕਹਿੰਦੇ ਸਾਨੂੰ ਮਹਾਰਾਜ ਇੱਥੇ ਵਸਾ ਗਏ, ਅਸੀਂ ਕਿਤੇ ਜਾਣਾ ਨਹੀਂ, ਦੂਜੇ ਸ਼ਹਿਰ ਨਹੀਂ ਜਾਣਾ। ਕਹਿੰਦੇ ਉਹ ਦੁਕਾਨਦਾਰ ਨੇ, ਸਵੇਰੇ ਚਾਬੀਆਂ ਲੈ ਕੇ ਆਉਂਦੇ ਆ ਆਪਣੀ ਦੁਕਾਨ ਦੀਆਂ, ਅਤੇ ਪਹਿਲਾਂ ਉਹ ਚਾਬੀਆਂ ਨੂੰ ਸਰੋਵਰ ਵਿੱਚ ਚੁੱਭਾ ਲਵਾਉਂਦੇ ਆ, ਫਿਰ ਉਹ ਚਾਬੀਆਂ ਸਤਿਗੁਰੂ ਜੀ ਦੇ ਪਲੰਘੇ ਦੇ ਪਾਵੇ ਸਾਹਿਬ ਜੀ ਦੇ ਲਾਗੇ ਛੁਆ ਕੇ ਫਿਰ ਲੈ ਜਾਂਦੇ। ਕਹਿੰਦੇ ਉਦੋਂ ਦੀ ਚਲੀ ਆਉਂਦੀ ਮਰਜ਼ਾਦਾ। ਕਹਿੰਦੇ ਸਤਿਗੁਰੂ ਜੀ ਨੂੰ ਪੁੱਛਿਆ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਬਈ ਸਤਿਗੁਰੂ ਜੀ ਗਾਹਕ ਨਹੀਂ ਆਉਂਦੇ ਦੁਕਾਨ 'ਤੇ, ਦੁਕਾਨਾਂ ਖੋਲ੍ਹ ਲਈਆਂ ਨੇ, ਬੈਠੇ ਰਹਿੰਦੇ ਆ, ਅਤੇ ਦੁਕਾਨ ਕਿਵੇਂ ਚਲਾਈਏ? ਜੇ ਕੋਈ ਗਾਹਕ ਆਏਗਾ ਤਾਂ ਹੀ ਰੋਟੀ ਖਾਵਾਂਗੇ, ਕਾਰੋਬਾਰ ਚੱਲੇਗਾ। ਅਤੇ ਮਹਾਰਾਜ ਸਾਰਾ ਦਿਨ ਕੋਈ ਗਾਹਕ ਨਹੀਂ ਆਉਂਦਾ। ਅਤੇ ਗੁਰੂ ਅਰਜਨ ਦੇਵ ਜੀ ਨੇ ਆਖਿਆ ਸਵੇਰੇ ਆਇਆ ਕਰੋ ਦਰਬਾਰ ਸਾਹਿਬ, ਅਤੇ ਚਾਬੀਆਂ ਨਾਲ ਲਿਆਇਆ ਕਰੋ, ਅੰਮ੍ਰਿਤ ਸਰੋਵਰ ਵਿੱਚ ਚੁੱਭਾ ਲਵਾ ਕੇ ਗੁਰੂ ਰਾਮਦਾਸ ਦੇ ਚਰਨਾਂ ਨੂੰ ਛੁਆ ਕੇ ਬੂਹਾ ਖੋਲ੍ਹੋ ਦੁਕਾਨ ਦਾ, ਕੋਈ ਕਮੀ ਨਹੀਂ ਆਏਗੀ। ਅੱਜ ਤੱਕ ਉਹਨਾਂ ਗੁਰਮੁਖਾਂ ਦਾ ਵਿਸ਼ਵਾਸ ਹੈ। ਉਹ ਪ੍ਰਤੱਖ ਵੇਖਿਆ ਵੀ ਪੈਸੇ ਦੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ, ਵੀ ਕਹਿੰਦੇ ਵੀ ਕਿੰਨਾ ਕੁ ਸਾਡੇ ਕੋਲ, ਗਿਣਤੀ ਕੋਈ ਨਹੀਂ, ਅਰਬਾਂ ਖਰਬਾਂ ਇੰਨਾ ਕਾਰੋਬਾਰ ਗੁਰੂ ਰਾਮਦਾਸ ਦੀ ਬਖਸ਼ਿਸ਼ ਹੈ। ਹਾਂਜੀ, ਮਹਾਰਾਜ ਵਰ ਦੇ ਰਹੇ ਨੇ ਗੁਰੂ ਦੀ ਨਗਰੀ ਨੂੰ। ਗੁਰੂ ਹਰਗੋਬਿੰਦ ਸਾਹਿਬ ਆਪਣੇ ਸਹੁਰਾ ਸਾਹਿਬ ਨੂੰ ਕਹਿ ਰਹੇ ਨੇ, ਕਹਿੰਦੇ ਬਾਪੂ ਜੀ ਇੱਥੇ ਨਾ ਅੰਨ ਦੀ ਕਮੀ ਆਉਣੀ ਹੈ, ਨਾ ਕੱਪੜੇ ਦੀ ਕਮੀ ਆਉਣੀ ਹੈ, ਨਾ ਕਿਸੇ ਹੋਰ ਚੀਜ਼ ਦੀ ਕਮੀ ਆਉਣੀ ਹੈ, ਸਭ ਕੁਛ ਮਹਾਰਾਜ ਗੁਰੂ ਰਾਮਦਾਸ ਦੇ ਘਰੋਂ ਮਿਲੇਗਾ। ਜਿਹੜਾ ਕੋਈ ਗੁਰੂ ਦੀ ਨਗਰੀ ਦਾ ਨੁਕਸਾਨ ਕਰੇਗਾ, ਕੋਈ ਬੁਰਾ ਸੋਚੇਗਾ, ਗੁਰੂ ਰਾਮਦਾਸ ਦੇ ਨਗਰ ਨੂੰ ਘਾਟਾ ਪਾਉਣ ਦੀ ਕੋਸ਼ਿਸ਼ ਕਰੇਗਾ, ਕੋਈ ਇੱਥੇ ਹਮਲਾ ਕਰੇਗਾ, ਕੋਈ ਗੁਰੂ ਰਾਮਦਾਸ ਦੀ ਨਗਰੀ ਦਾ ਬੁਰਾ ਚਿਤਵੇਗਾ, ਬਿਨਾਂ ਮਾਰਿਆ ਆਪੇ ਮਰ ਜਾਏਗਾ। ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਦੇ। ਅਹਿਮਦ ਸ਼ਾਹ ਅਬਦਾਲੀ ਜਦੋਂ ਆਇਆ, ਕੁੱਪੇ ਬਰੂਦ ਦੇ ਲਾ ਕੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ, ਇੱਟ ਉੱਡ ਕੇ ਉਹਦੀ ਨੱਕ 'ਤੇ ਵੱਜ ਗਈ, ਨਸੂਰ ਹੋ ਗਿਆ, ਉਹਦੇ ਨਾਲ ਹੀ ਤੜਫ ਕੇ ਮਰਿਆ ਸੀਗਾ। ਮੱਸਾ ਰੰਗੜ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੀ ਤੇਗ ਦੀ ਭੇਟ ਹੋ ਗਿਆ ਸੀ। ਸਾਧ ਸੰਗਤ ਜੀ, ਕਿਹਨਾਂ ਦੇ ਨਾਂ ਲਈਏ, ਜਿਨ੍ਹਾਂ ਨੇ ਇੱਥੇ ਬੇਅਦਬੀ ਕੀਤੀ ਨਾ, ਰਿਹਾ ਕੋਈ ਵੀ ਨਹੀਂ। ਜਿਹੜਾ ਇਹ ਤਾਂ ਗੁਰੂ ਰਾਮਦਾਸ ਦੇ ਦਰ ਦਾ ਬੁਰਾ ਸੋਚੇਗਾ, ਉਹ ਬਿਨਾਂ ਮਾਰਿਆ ਹੀ ਮਰ ਜਾਏਗਾ, ਮਾਰਨ ਦੀ ਵੀ ਲੋੜ ਕੋਈ ਨਹੀਂ, ਆਪੇ ਹੀ ਮਰ ਜਾਏਗਾ। ਹਾਂਜੀ, ਇਹ ਗੁਰੂ ਰਾਮਦਾਸ ਦਾ ਦਰਬਾਰ ਹੈ। ਤੁਹਾਨੂੰ ਸ਼ਹਿਰ ਵਾਲਿਆਂ ਨੂੰ ਇਹਦੇ ਲੜ ਲਾ ਚੱਲੇ ਆ, ਇਹ ਗੁਰੂ ਰਾਮਦਾਸ ਤੁਹਾਡੀ ਬਾਂਹ ਫੜ ਕੇ ਰੱਖਣਗੇ। ਇਹਦੀ ਨੀਮ ਅਬਚਲ ਹੈ, ਅਬਚਲ ਨੀਮ ਧਰਾਈ ਸਤਿਗੁਰ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਇਹ ਉਹ ਨਹੀਂ ਹੈ ਜਿਹੜੀ ਚਲਾਏਮਾਨ ਨਹੀਂ ਹੋਣੀ, ਕੋਈ ਇਹਨੂੰ ਤੋੜ ਨਹੀਂ ਸਕਦਾ, ਢਾਹ ਨਹੀਂ ਸਕਦਾ, ਇਹ ਫਿਰ ਬਣ ਜਾਏਗਾ। ਦੇਖੋ ਹਰਿਮੰਦਰ ਸਾਹਿਬ ਅਬਦਾਲੀ ਨੇ ਢਾਇਆ, ਫਿਰ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਉਦੋਂ ਵੀ ਸੋਹਣਾ ਸੁੰਦਰ ਖਾਲਸੇ ਨੇ ਤਿਆਰ ਕਰ ਲਿਆ। ਹਾਂਜੀ, ਸ੍ਰੀ ਹਰਿਮੰਦਰ ਸਾਹਿਬ ਦਾ ਬੜਾ ਪ੍ਰਤਾਪ ਹੈ। ਮਹਾਰਾਜ ਛੇਵੇਂ ਪਾਤਸ਼ਾਹ ਦੱਸ ਰਹੇ ਨੇ, ਇਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦਾ ਦਰਬਾਰ ਹੈ। ਇੱਥੇ ਤੁਸੀਂ ਰੋਜ਼ ਮੱਥਾ ਟੇਕੋ, ਭਾਵਨਾ ਨਾਲ ਜਾ ਕੇ ਸਵੇਰੇ ਸ਼ਾਮ ਦਰਸ਼ਨ ਕਰੋ। ਇਸ ਤਰ੍ਹਾਂ ਸਾਰੀ ਸੰਗਤ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਦਾ, ਦਰਬਾਰ ਦੀ ਮਰਿਆਦਾ ਦਾ ਸਾਰਾ ਮਹਾਰਾਜ ਸਾਹਿਬ ਜੀ ਨੇ ਦੱਸਿਆ, ਸਮਝਾਇਆ ਹੈ। ਆਪਣੇ ਬਚਨਾਂ ਦੀ ਮਾਇਆ ਕਰਕੇ ਸਾਰਿਆਂ ਦੇ ਮਨ ਮੋਹ ਲਏ ਮਹਾਰਾਜ ਨੇ। ਇਹ ਮਾਇਆ ਹੀ ਹੈ ਗੁਰੂ ਦੀ ਮਾਇਆ, ਸਾਨੂੰ ਕਿਸੇ ਰੂਪ 'ਚ, ਕਦੀ ਕਿਸੇ ਰੂਪ 'ਚ, ਕਦੀ ਕਿਸੇ ਰੂਪ 'ਚ ਭਰਮਾਉਂਦੀ ਹੈ। ਸਤਿਗੁਰਾਂ ਦੀ ਮਾਇਆ ਹੈ। ਮਹਾਰਾਜ ਨੇ ਆਪਣੀ ਮਾਇਆ ਕਰਕੇ ਸਾਰਿਆਂ ਦੇ ਮਨ ਨੂੰ ਹੌਸਲੇ ਦੇਤੇ। ਜਿਹੜੇ ਰੋ ਰਹੇ ਸੀ ਨਾ ਵੀ ਨਾਲ ਹੀ ਜਾਣਾ, ਇੱਕ ਮਿੰਟ ਵੀ ਪਿੱਛੇ ਨਹੀਂ ਰਹਿਣਾ, ਅਸੀਂ ਰਹਿਣਾ ਹੀ ਨਹੀਂ ਇੱਥੇ, ਉਹ ਸਾਰਿਆਂ ਦੇ ਮਨ ਗੁਰੂ ਨੇ ਐਸੇ ਟਿਕਾ ਦਿੱਤੇ ਛੇਵੇਂ ਪਾਤਸ਼ਾਹ ਨੇ। ਉਹ ਕਹਿੰਦੇ ਵੀ ਠੀਕ ਹੈ, ਅਸੀਂ ਇੱਥੇ ਹੀ ਰਵਾਂਗੇ ਅਤੇ ਗੁਰੂ ਰਾਮਦਾਸ ਦੇ ਦਰਬਾਰ ਦੀ, ਹਰਿਮੰਦਰ ਸਾਹਿਬ ਦੀ ਸੇਵਾ ਕਰਾਂਗੇ। ਫਿਰ ਸਾਰਿਆਂ ਨੂੰ ਆਪਣੇ ਘਰ ਚੰਗੇ ਲੱਗਣ ਲੱਗ ਪਏ। ਪਹਿਲਾਂ ਦੇ ਘਰ ਚੰਗੇ ਨਹੀਂ ਸੀ ਲੱਗਦੇ, ਵੀ ਗੁਰੂ ਸਾਹਿਬ ਚੱਲੇ ਆ
ਤੇ ਘਰਾਂ 'ਚ ਅਸੀਂ ਕੀ ਰਹਿਣਾ, ਨਾਲ ਹੀ ਜਾਣਾ ਕਹਿੰਦੇ। ਫਿਰ ਹੁਣ ਮਹਾਰਾਜ ਨੇ ਐਸੀ ਮਾਇਆ ਵਰਤਾਈ, ਉਹੀ ਘਰ ਚੰਗੇ ਲੱਗਣ ਲੱਗ ਪਏ ਵੀ ਇੱਥੇ ਰਵਾਂਗੇ। ਹਾਂਜੀ, ਪਾਛੇ ਹਟਨ ਅਚਲ ਮਨ ਬਨਤੇ ਸਾਰਿਆਂ ਦਾ ਮਨ ਪਿਛਾਂ ਨੂੰ ਅੰਮ੍ਰਿਤਸਰ ਨੂੰ ਮੁੜਨ ਲਈ ਤਿਆਰ ਹੋ ਗਿਆ। ਦਾ ਤੀਰਜ ਸਤਿਗੁਰ ਸਭ ਕਾਈ ਸਾਰਿਆਂ ਨੂੰ ਹੌਸਲਾ ਦੇ ਕੇ, ਧੀਰਜ ਦੇ ਕੇ ਹਰੀ ਚੰਦ ਕੋ ਪੁਰਜ ਪਕੜਾਈ ਬਾਬਾ ਹਰੀ ਚੰਦ ਨੂੰ ਮੁਖੀ ਬਣਾਤਾ। ਸੰਗਤ ਨੂੰ ਆਖਿਆ ਵੀ ਇਹ ਬਾਬਾ ਜੀ ਸਿਆਣੇ ਨੇ, ਬਾਬਾ ਹਰੀ ਚੰਦ ਜੀ ਤੁਹਾਡਾ ਖਿਆਲ ਰੱਖਣਗੇ। ਤੁਸੀਂ ਇਹਨਾਂ ਦੇ ਨਾਲ ਕੋਈ ਕਿਸੇ ਨੂੰ ਤੰਗੀ ਹੋਵੇ, ਜਿਵੇਂ ਸਾਧ ਸੰਗਤ ਜੀ ਕੋਈ ਨਾ ਕੋਈ ਜਥੇਦਾਰ ਤਾਂ ਬਣਾਉਣਾ ਪੈਂਦਾ, ਮੁਖੀ ਬਣਾਉਣਾ ਪੈਂਦਾ। ਕੋਈ ਵੀ ਅਸਥਾਨ ਹੈ, ਕੋਈ ਵੀ ਨਗਰ ਹੈ, ਕੋਈ ਵੀ ਇਲਾਕਾ ਹੈ, ਕੋਈ ਰਾਜ ਹੈ, ਮੁਖੀ ਤੋਂ ਬਿਨਾਂ ਨਹੀਂ ਚੱਲਦਾ। ਮਰਜ਼ਾਦਾ ਹੈ, ਸਾਰੇ ਹੀ ਨਹੀਂ ਤੇ ਆਪੋ ਧਾਪੀ ਪੈ ਜਾਂਦੀ ਹੈ। ਕਿਹਦੇ ਕੋਲ ਜਾਣਗੇ ਲੋਕ? ਬਾਬਾ ਹਰੀ ਚੰਦ ਜੀ ਗੁਰੂ ਸਾਹਿਬ ਦੇ ਸਹੁਰਾ ਸਾਹਿਬ ਸਨ, ਬੜੇ ਗੁਰਮੁਖ। ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸਮੇਂ, ਗੁਰੂ ਰਾਮਦਾਸ ਦੇ ਸਮੇਂ ਤੋਂ ਸਿੱਖੀ ਧਾਰਨ ਕੀਤੀ ਸੀ ਉਹਨਾਂ ਨੇ। ਉਹਨਾਂ ਪੁਰਾਣੇ ਬਜ਼ੁਰਗਾਂ ਨੂੰ ਮਹਾਰਾਜ ਨੇ ਮੁਖੀ ਬਣਾਇਆ ਵੀ ਇਹ ਸਿਆਣੇ ਹਨ, ਇਹ ਤੁਹਾਨੂੰ ਅਗਵਾਈ ਦੇਣਗੇ। ਜਾਨ ਸਸਰ ਬੜ ਬੰਧਨ ਕਰਤਾ ਮਹਾਰਾਜ ਨੇ ਆਪਣੇ ਸਹੁਰੇ ਸਾਹਿਬ ਨੂੰ ਵੰਦਨਾ ਕੀਤੀ ਬਜ਼ੁਰਗ ਜਾਣ ਕੇ, ਬੜੇ ਸਰਬ ਕੀ ਦਰਸ਼ਨ ਕਰਤਾ ਤੇ ਬਾਬਾ ਹਰੀ ਚੰਦ ਜੀ ਨੇ ਗੁਰੂ ਸਾਹਿਬ ਨੂੰ ਪਰਮੇਸ਼ਰ ਰੂਪ ਜਾਣ ਕੇ ਨਮਸਕਾਰ ਕੀਤੀ। ਇੱਕ ਦੂਜੀ ਨੂੰ ਨਮਸਕਾਰਾਂ ਕਰਦੇ, ਹੱਥ ਜੋੜਦੇ, ਇਹ ਵਿਛੋੜਾ ਹੋਇਆ ਹੈ। ਸੰਗਤਾਂ ਵਾਪਸ ਨਗਰ ਵੱਲ ਮੁੜੀਆਂ ਹਨ। ਸੇਵਕਾ ਪਰ ਸਤਿਗੁਰ ਆਰੂਗੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਪਾਲਕੀ ਤੇ ਸਵਾਰ ਹੋਏ ਹਨ। ਮਾਰਗ ਗਮਨੇ ਜਿਸ ਗੁਣ ਬੂਝੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦੇ ਗੁਣਾਂ ਦਾ ਸਾਧ ਸੰਗਤ ਜੀ ਕੋਈ ਅੰਤ ਹੀ ਨਹੀਂ। ਬੇਅੰਤ ਗੁਣਾਂ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਜਾ ਰਹੇ ਹਨ। ਹਰੀ ਚੰਦ ਮਿਲ ਤਨ ਜਾ ਸਾਥ ਬਾਬਾ ਹਰੀ ਚੰਦ ਜੀ ਆਪਣੀ ਬੇਟੀ ਨਾਨਕੀ ਨੂੰ ਬੜੇ ਵੈਰਾਗ ਵਿੱਚ ਮਿਲੇ ਹਨ, ਫੇਰ ਹਾਥ ਦੋ ਹੱਥ ਕੇ ਮਾਥ ਤੇ ਆਪਣੇ ਦੋਤੇ ਅਣੀ ਰਾਏ ਤੇ ਸ੍ਰੀ ਤੇਗ ਬਹਾਦਰ ਜੀ ਦੇ ਸਿਰ ਤੇ ਹੱਥ ਫੇਰਿਆ, ਪਿਆਰ ਦਿੱਤਾ ਹੈ। ਤ੍ਰੈਗਰ ਮਹਿਲਾ ਸੋ ਨਰ ਨਾਰੀ ਤੇ ਮਾਤਾ ਦਮੋਦਰੀ ਜੀ, ਮਾਤਾ ਮਾਂ ਦੇਵੀ ਜੀ, ਮਾਤਾ ਨਾਨਕੀ ਜੀ ਨੂੰ ਸ਼ਹਿਰ ਦੀਆਂ ਸਾਰੀਆਂ ਬੀਬੀਆਂ ਮਿਲੀਆਂ ਹਨ। ਮਿਲ ਮਿਲ ਅਕਲ ਬੰਦਨਾ ਧਾਰ ਸਿੱਖਾਂ ਨੇ ਵੀ ਮੱਥਾ ਟੇਕਿਆ ਗੁਰੂ ਮਹਿਲਾ ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ ਤੇ ਮਾਤਾ ਮਾਂ ਦੇਵੀ ਜੀ ਨੂੰ। ਜਥਾ ਜੋਗ ਕਹਿ ਸਨ ਕਰ ਸਾਰੇ ਸਾਰਿਆਂ ਨਾਲ ਸੁਖ ਸ਼ਾਂਤ ਕਰਕੇ, ਸਾਰਿਆਂ ਨਾਲ ਬਚਨ ਬਿਲਾਸ ਕਰਕੇ ਹੌਲੇ ਹੌਲੇ ਵਿਛੜ ਰਹੇ ਹਨ। ਆਪ ਆਪਣੇ ਸਦਨ ਸੁਧਾਰ ਆਪਣੇ ਆਪਣੇ ਘਰਾਂ ਨੂੰ ਸਿੱਖ ਫਿਰ ਮੁੜ ਗਏ ਹਨ। ਜੰਮੂ ਸਹਿਬਗੁਰ ਕੀਨ ਪਿਆਨਾ ਫੌਜ ਸਮੇਤ ਛੇਵੇਂ ਪਾਤਸ਼ਾਹ ਮਹਾਰਾਜ ਆਪਣੀਆਂ ਫੌਜਾਂ ਸਮੇਤ, ਪਰਿਵਾਰ ਸਮੇਤ, ਗੱਡਿਆਂ ਰੇੜਿਆਂ ਗੜਬਹਿਲਾਂ ਰੱਥਾਂ ਤੇ ਸਵਾਰ ਹੋ ਕੇ, ਘੋੜਿਆਂ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਦਾ ਲਈ ਚੱਲ ਪਏ ਹਨ। ਦੰਦਬ ਬਜਿਓ ਕੇ ਕੰਮ ਕਰ ਜਾਣਾ ਸਾਧ ਸੰਗਤ ਜੀ, ਨਗਾਰਾ ਇਉਂ ਵੱਜ ਰਿਹਾ ਜਿਵੇਂ ਬੱਦਲ ਗਰਜਦੇ ਹੁੰਦੇ। ਬੜੇ ਸੋਹਣੇ ਢੰਗ ਨਾਲ ਨਗਾਰਚੀ ਸਿੰਘ ਨਗਾਰਿਆਂ ਤੇ ਚੋਭਾਂ ਲਾਉਂਦੇ ਆ। ਸਗਲ ਕਟੰਬ ਸੰਗ ਮੈਂ ਵੀਨਾ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਨਿਸ਼ਾਨ ਸਾਹਿਬ ਅੱਗੇ ਝੂਲਦੇ ਜਾਂਦੇ। ਸਨੇ ਸਨੇ ਕਰ ਚੱਲ ਬੋਲੀਨਾ ਸਹਿਜੇ ਸਹਿਜੇ ਮਹਾਰਾਜ ਅੰਮ੍ਰਿਤਸਰ ਤੋਂ ਤੁਰੇ ਨੇ। ਇਲਾਕੇ ਦੀਆਂ ਅੰਮ੍ਰਿਤਸਰ ਮਾਝੇ ਦੀਆਂ ਸੰਗਤਾਂ ਵਿਰਾਗ ਵਿੱਚ ਪਿੰਡਾਂ ਦੀਆਂ ਖੜ ਖੜ ਕੇ ਮਿਲਦੀਆਂ ਨੇ ਰਸਤੇ ਵਿੱਚ। ਉਤੇ ਕੋਸ ਨਾ ਤਾਰਨ ਤਰਨ ਸਾਧ ਸੰਗਤ ਜੀ, 9 ਕੋ ਤਾਰਨ ਤਰਨ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਹੈ। ਤੀਰਥ ਪਿਖਿਓ ਪਾਪ ਗਨ ਕਰਨ ਤਰਨ ਤਾਰਨ ਸਾਹਿਬ ਵੱਲ ਚਾਲੇ ਪਾ ਤੇ ਪਵਿੱਤਰ ਪਾਵਨ ਤੀਰਥ ਦੇ ਦਰਸ਼ਨ ਕੀਤੇ ਜਾ ਕੇ। ਪੂਰਬ ਦਿਸ਼ ਕੋ ਡੇਰੇ ਪਾਏ ਪੂਰਬ ਵਾਲੇ ਪਾਸੇ ਜਿੱਥੇ ਅੱਜ ਕੱਲ੍ਹ ਛੇਵੇਂ ਪਾਤਸ਼ਾਹ ਦਾ ਸਥਾਨ ਹੈ, ਉੱਥੇ ਡੇਰਾ ਕੀਤਾ ਹੈ। ਪਰਨ ਪਰਨ ਕੇ ਤੰਬੂ ਲਾਏ ਰੰਗ ਰੰਗ ਦੇ ਸੋਹਣੇ ਤੰਬੂ ਉੱਥੇ ਲਾਏ ਹਨ। ਕਰ ਬਿਸਰਾਮ ਜਾਮਨੀ ਤਾਰੀ ਉੱਥੇ ਵਿਸਰਾਮ ਕਰਕੇ ਰਾਤ ਗੁਜ਼ਾਰੀ। ਤਰਨ ਤਾਰਨ ਸਾਹਿਬ ਵਿਖੇ ਉਠ ਸਤਿਗੁਰੂ ਸੌਚ ਕੋ ਧਾਰੀ ਅੰਮ੍ਰਿਤ ਵੇਲੇ ਉੱਠ ਕੇ ਸੋਚਾਚਾਰ ਇਸ਼ਨਾਨ ਕੀਤਾ ਹੈ। ਕਰ ਇਸ਼ਨਾਨ ਦੇ ਕਰ ਧਨ ਦਾਨ ਇਸ਼ਨਾਨ ਕਰਕੇ ਗੁਰੂ ਦਰਬਾਰ ਉੱਥੇ ਸੇਵਾ ਲੰਗਰ ਦੀ ਰਸਤਾਂ ਬਸਤਾਂ ਦਿੱਤੀਆਂ ਹਨ। ਸ਼੍ਰੀ ਅਰਜਨ ਕੋ ਗਏ ਸਥਾਨ ਗੁਰੂ ਅਰਜਨ ਦੇਵ ਜੀ ਦੇ ਸਥਾਨ ਤੇ ਗਏ ਹਨ। ਹਾਥ ਜੋੜ ਅਰਦਾਸ ਕਰਾਈ ਹੱਥ ਜੋੜ ਕੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਅਰਦਾਸ ਕਰਵਾਈਆਂ ਹਨ ਕਰ ਬੰਧਨ ਸਿਵਕਾ ਮੰਗਵਾਈ ਔਰ ਮੱਥਾ ਟੇਕ ਕੇ ਪਾਲਕੀ ਮੰਗਵਾਈ ਹੈ। ਚੜ ਕਰ ਸੰਤ ਸਤਿਗੁਰ ਪੰਥ ਪਦਾਰੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ
ਉੱਥੋਂ ਤਰਨਤਾਰਨ ਸਾਹਿਬ ਤੋਂ ਚਾਲਾ ਪਾ ਦਿੱਤਾ। ਛੇਵੇਂ ਪਾਤਸ਼ਾਹ ਜੀ ਨੇ ਸੰਗ ਚਮੂਚਰ ਬਜਤ ਨਿਕਾਰੇ ਨਾਲ ਨਗਾਰੇ ਵੱਜਦੇ, ਫੌਜਾਂ ਤਿਆਰ ਬਰ ਤਿਆਰ ਘੋੜਿਆਂ ਤੇ ਸਵਾਰ ਜਾ ਰਹੀਆਂ ਨੇ। ਅਗਰ ਗ੍ਰੰਥ ਸਾਹਿਬ ਅਸਵਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸਭ ਤੋਂ ਅੱਗੇ ਜਾ ਰਹੀ ਹੈ। ਚਾਰ ਚਮਰਤ ਵਰਤ ਦੁਖ ਭਾਰੀ ਚੌਰ ਬਰਦਾਰ ਸੋਹਣੇ ਸੁੰਦਰ ਚੌਰ ਸੀਸ ਤੇ ਝੁਲਾਉਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ। ਪਾਛੇ ਸਭ ਕਟੰਬ ਮਗ ਚਾਲਤ ਪਿੱਛੇ ਮਹਾਰਾਜ ਦਾ ਪਰਿਵਾਰ ਤੁਰਿਆ ਜਾਂਦਾ ਸਾਰਾ। ਸ਼ਬਦ ਹੋਤ ਵੱਡ ਪਿਆ ਪਗ ਡਾਲਤ ਜਦੋਂ ਘੋੜੇ ਧਰਤੀ ਤੇ ਪੌੜ ਮਾਰਦੇ ਨੇ, ਘੋਰਨ ਕੀ ਖੁਰਬਾਜ ਉੱਠੀ। ਦਸਵੇਂ ਪਾਤਸ਼ਾਹ ਨੇ ਜਿਵੇਂ ਲਿਖਿਆ ਨਾ ਵੀ ਘੋੜਿਆਂ ਦੇ ਖੁਰਾਂ ਦੇ ਨਾਲ ਧਰਤੀ ਤੋਂ ਆਵਾਜ਼ ਆਉਂਦੀ ਹੈ ਟਾਪਾਂ ਦੀ। ਗਗਨ ਅਸ਼ਾਦ ਹੈ ਉੱਡ ਕਰ ਧੂੜ ਆਹ ਕਹਿੰਦੇ ਧਰਤੀ ਤੋਂ ਧੂੜ ਉੱਡ ਕੇ ਅਸਮਾਨ ਨੂੰ ਚੜ੍ਹਦੀ, ਅਸਮਾਨ ਨੂੰ ਢੱਕ ਲੈਂਦੀ ਹੈ। ਮੰਦ ਤੇਜ ਤਿਸ ਤੇ ਹੋਏ ਸੀ ਉਹਦੇ ਨਾਲ ਸੂਰਜ ਵੀ ਮੱਧਮ ਪੈ ਜਾਂਦਾ ਹੈ। ਚਲਤ ਬਾਹਨੀ ਪੰਕਤ ਕਰੈ ਸੋ ਸਾਧ ਸੰਗਤ ਜੀ ਫੌਜਾਂ ਲੈਣਾ ਲਾ ਕੇ ਤੁਰਦੀਆਂ ਨੇ, ਦੂਰ ਦੂਰ ਤੱਕ ਮੀਲਾਂ 'ਚ ਫੌਜ ਜਾ ਰਹੀ ਹੈ। ਗ੍ਰਾਮ ਪੰਥ ਮਹਿ ਪ੍ਰੇਮ ਕ੍ਰਿਤ ਕਰ ਜਿੱਥੇ ਸਾਧ ਸੰਗਤ ਜੀ ਰਸਤੇ ਵਿੱਚ ਪਿੰਡਾਂ ਦੀਆਂ ਖੇਤਾਂ ਦੀਆਂ ਪੈੜੀਆਂ ਉਹਦੇ ਵਿੱਚ ਘੋੜੇ ਵੜ ਜਾਂਦੇ ਆ ਤੇ ਕਈ ਵਾਰੀ ਦੜਨ ਦਿੰਦੇ ਆ, ਫੌਜਾਂ ਲੰਘਦੀਆਂ ਹਨ। ਤ੍ਰਿਣ ਕਾਸ਼ ਤਸ਼ੀ ਨਹਿ ਜਹ ਡੇਰਾ ਆ ਕਹਿੰਦੇ ਜਿੱਥੇ ਡੇਰਾ ਕਰਦੇ ਆ ਉੱਥੇ ਕਈ ਵਾਰੀ ਘਾਹ ਪੱਠਾ ਲੈਣ ਤੋਂ ਜੰਗ ਵੀ ਹੋ ਜਾਂਦਾ ਫੌਜਾਂ ਦਾ। ਕਿਉਂ? ਉਹ ਲੋਕ ਕਹਿੰਦੇ ਅਸੀਂ ਘਾਹ ਪੱਠਾ ਦੇਣਾ ਨਹੀਂ, ਲੱਕੜ ਨਹੀਂ ਦੇਣੀ ਬਾਲਣ ਵਾਸਤੇ। ਹੁਣ ਚਾਹੀਦੀ ਤਾਂ ਹੁੰਦੀ ਹੈ, ਘੋੜਿਆਂ ਨੂੰ ਵੀ ਪੱਠੇ ਪਾਣੇ ਆ ਤੇ ਉੱਥੇ ਕਈ ਵਾਰੀ ਫਿਰ ਖੋਆ ਖਾਈ ਚੱਲ ਪੈਂਦੀ ਹੈ। ਸਿਖਾ ਲੋਕ ਰਿਸ ਤਰਹ ਕਨੇਰਾ ਜਿਹੜੇ ਲੋਕ ਗੁਰੂ ਘਰ ਨੂੰ ਨਹੀਂ ਪਸੰਦ ਕਰਦੇ, ਚੌਧਰੀ ਲੋਕ ਖਾਸ ਕਰਕੇ ਮਾਝੇ ਦੇ ਜਿਹੜੇ ਮੁਸਲਮਾਨਾਂ ਚੌਧਰੀਆਂ ਦਾ ਬੜਾ ਜ਼ੋਰ ਸੀਗਾ ਉਦੋਂ, ਉਹ ਜ਼ਮੀਨਾਂ ਦੇ ਮਾਲਕ ਹੁੰਦੇ ਸੀ। ਇਹ ਇੱਦਾਂ ਹੁੰਦਾ ਸੀ, ਬੰਦੇ ਬਹਾਦਰ ਤੋਂ ਪਹਿਲਾਂ ਪੰਜਾਬ ਦੇ ਜਿਹੜੇ ਜ਼ਿਮੀਂਦਾਰ ਹਨ ਇਹ ਮਾਲਕ ਨਹੀਂ ਸੀ ਹੁੰਦੇ। ਮਾਲਕ ਹੁੰਦੀ ਸੀ ਸਰਕਾਰੀ, ਚੌਧਰੀ ਮਾਲਕ ਹੁੰਦੇ ਸੀ ਜ਼ਮੀਨਾਂ ਦੇ। ਉਹ ਅੱਗੇ ਉਹਨਾਂ ਨੇ ਮੁਜਾਰੇ ਰੱਖੇ ਹੁੰਦੇ ਸੀ, ਮੁਜਾਰਿਆਂ ਨੂੰ 6ਵਾਂ ਹਿੱਸਾ 8ਵਾਂ ਹਿੱਸਾ ਇਸ ਤਰ੍ਹਾਂ ਕੁਝ ਦੇ ਦਿੰਦੇ ਸੀ, ਬਾਕੀ ਸਾਰਾ ਕੁਝ ਚੱਕ ਕੇ ਆਪ ਲੈ ਜਾਂਦੇ ਸੀ। ਉਹ ਫਿਰ ਜਿਹੜੇ ਮੁਜਾਰੇ ਸੀ ਵਿਚਾਰੇ, ਉਹ ਤਾਂ ਮਾਲਕ ਨਹੀਂ ਸੀਗੇ, ਉਹਨਾਂ ਨੂੰ ਤਾਂ ਸਿਰਫ ਕੰਮ ਕਰਨ ਜੋਗੀ ਮਿਲਦੀ ਸੀ ਜ਼ਿਮੀਂਦਾਰਾਂ ਨੂੰ, ਤੇ ਮਾਲਕ ਸਰਕਾਰ ਹੀ ਸੀ ਇੱਕ ਤਰ੍ਹਾਂ ਨਾਲ। ਉਹ ਜਿਹੜੇ ਚੌਧਰੀ ਸੀਗੇ ਸਿੰਘ, ਮਹਾਰਾਜ ਨੇ ਤਾਂ ਕਿਹਾ ਘੋੜੇ ਬਾੜੋ ਇਹਨਾਂ ਦੇ ਖੇਤਾਂ 'ਚ, ਬਈ ਇਹਨਾਂ ਦੇ ਨਾਲ ਹੁਣ ਟੱਕਰ ਜੋ ਲੈਣੀ ਹੈ, ਖਹਿ ਕੇ ਤੁਰਨਾ ਪੈਣਾ। ਜਿੰਨਾ ਚਿਰ ਸਰਕਾਰ ਖੋਈਏ ਨਾ ਕਹੂ ਕਿਸੇ ਕੋ ਰਾਜ ਨਾ ਦੇਹ, ਜੋ ਲਹਿ ਨਿਜ ਬਰਸ ਹੁੰਦਾ। ਇਹਦੇ ਬਾਬੇ ਬੰਦੇ ਬਹਾਦਰ ਨੇ ਜਦੋਂ ਆ ਕੇ ਰਾਜ ਬਣਾਇਆ ਖਾਲਸੇ ਦਾ, ਉਹਨੇ ਆਖਿਆ ਜਿੰਨੇ ਜ਼ਿਮੀਂਦਾਰ ਨੇ ਨਾ, ਜਿਹਦੇ ਹਲ ਥੱਲੇ ਜਿੰਨੀ ਜ਼ਮੀਨ ਹੈ ਉਹਦੀ ਹੋ ਗਈ ਪੱਕੀ। ਕਿਸੇ ਕੋਲ 8 ਕਿੱਲੇ, ਕਿਸੇ ਕੋਲ 10 ਕਿੱਲੇ, ਕਿਸੇ 50 ਕਿੱਲੇ, ਜਿੰਨੇ ਬਈ ਉਹਦੇ ਹੀ ਆ। ਫਿਰ ਚੌਧਰੀਆਂ ਦੀ ਚੌਧਰ ਟੁੱਟੀ ਹੈ। ਪਹਿਲਾਂ ਪੰਜਾਬ ਵਿੱਚ ਮਾਝੇ, ਮਾਲਵੇ, ਦੁਆਬੇ ਸਾਰੇ ਇਹੀ ਹਾਲ ਸੀਗਾ। ਕਿਸਾਨ ਤਾਂ ਵਿਚਾਰਾ ਭੁੱਖਾ ਮਰਦਾ ਸੀ। ਉਹ ਫਿਰ ਜਿਹੜੇ ਸਰਕਾਰੀ ਜ਼ਮੀਨਾਂ ਸੀਗੀਆਂ ਲੋਕਾਂ ਦੀਆਂ, ਤੇ ਉਹ ਫਿਰ ਲੋਕਾਂ ਦੇ ਖੂਨ ਪੀਂਦੇ ਸੀ। ਉੱਥੇ ਸਿੰਘਾਂ ਦੀ ਫੌਜ ਘੋੜੇ ਜਾਂਦੇ ਤੇ ਘੋੜੇ ਵਾੜ ਦਿੰਦੇ ਵਿੱਚ। ਉਹ ਕਹਿੰਦੇ ਵੀ ਚੀਕ ਝਾੜਾ ਪਾਉਂਦੇ, ਉੱਥੇ ਫਿਰ ਖੰਡਾ ਖੜਕ ਜਾਂਦਾ। ਸੋ ਅਜੇ ਤੱਕ ਵੀ ਉਹ ਚੱਲਦੀ ਹੈ ਮਰਜ਼ਾਦਾ ਦਲਾਂ ਪੰਥਾਂ ਵਿੱਚ ਕਈ ਥਾਵਾਂ ਤੇ ਪਿੰਡਾਂ ਵਾਲੇ, ਤੇ ਕਈ ਤਾਂ ਆਪ ਕਹਿੰਦੇ ਵੀ ਆਓ ਪਾਓ ਘੋੜੇ, ਮਹਾਰਾਜ ਦੇ ਘੋੜੇ ਦਸਵੇਂ ਪਾਤਸ਼ਾਹ ਦੇ ਵੀ ਖੇਤਾਂ 'ਚ ਵੜਨ ਨਾਲ ਸਾਡੀ ਫਸਲ ਬੜੀ ਹੁੰਦੀ ਹੈ। ਤੇ ਕਈ ਹੁੰਦੇ ਆ ਨਾਸਤਕ ਜੇ ਬੰਦੇ। ਇੱਕ ਵਾਰੀ ਅਸੀਂ ਇੱਕ ਪਿੰਡ 'ਚ ਗਏ ਦਲ ਦੇ ਨਾਲ, ਬੜਾ ਪੁਰਾਣੀ ਗੱਲ ਹੈ, ਤੇ ਇੱਕ ਬੜਾ ਚੌਧਰੀ ਜਿਹਾ ਬੰਦਾ 50-60 ਕਿੱਲੇ ਦੀ ਜ਼ਮੀਨ, ਤੇ ਬਾਬਾ ਜੀ ਕੋਲ, ਬਾਬਾ ਖੜਕ ਸਿੰਘ ਜੀ ਕੋਲ ਆ ਕੇ ਕਹਿੰਦਾ, ਬਾਬਾ ਜੀ ਮੇਰੀ ਜ਼ਮੀਨ ਦੇ ਵਿੱਚ ਨਹੀਂ ਕਹਿੰਦੇ ਘੋੜਾ ਵਾੜਨਾ, ਪੱਠੇ ਨਹੀਂ ਵੱਢਣੇ। ਬਾਬੇ ਕਹਿੰਦੇ ਸਾਨੂੰ ਕੀ ਪਤਾ ਵੀ ਤੇਰੀ ਜ਼ਮੀਨ ਕਿਹੜੀ ਹੈ। ਕਹਿੰਦਾ ਉਹ ਮੈਂ ਦੱਸ ਦਿੰਦਾ। ਕਹਿੰਦਾ ਜਾ ਕੇ ਕਹਿੰਦਾ ਉਹ ਸਾਰੀ ਜ਼ਮੀਨ ਮੇਰੀ ਹੈ। ਬਾਬਾ ਜੀ ਨੇ ਸਾਰੇ ਸਿੰਘ ਬੁਲਾ ਕੇ ਕਹਿੰਦੇ ਵੀ ਇਹਦੇ ਤੋਂ ਬਾਹਰ ਨਹੀਂ ਨਿਕਲਣਾ, ਇਹਦੇ ਵਿੱਚ ਹੀ ਰਹਿਣਾ, ਹੁਣ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ। ਤੋ ਜੇ ਤੇ ਹੋਵੇ ਪਿਆਰ ਨਾਲ, ਫਿਰ ਤੇ ਇੱਕ ਪੰਡ ਲੈਣੀ ਤੇ ਆਪਣੇ ਪਰੇ ਹੋ ਜਾਣਾ, ਤੇ ਜੇ ਕੋਈ ਅੜੇ ਸੋ ਝੜੇ। ਸੋ ਇੱਥੇ ਹੁਣ ਬਚਨ ਆ ਰਿਹਾ, ਤ੍ਰਿਣ ਕਾਸ਼ ਸੀਨਾ ਜਹ ਡੇਰਾ ਲਿਖਿਆ ਲੋਕ ਰਿਸ ਧਰੈ ਕਨੇਰਾ। ਕਹਿੰਦੇ ਵੇਖ ਕੇ ਬੜਾ ਗੁੱਸਾ ਕਰਦੇ ਵੀ ਇਹ ਸਾਡੇ ਖੇਤਾਂ ਦੇ ਘੋੜੇ ਵਾੜਦੇ ਹਨ। ਪ੍ਰਜਾ ਕਿਦੋ ਹਾਕਮ ਸਹਸੈਨਾ ਕਹਿੰਦੇ ਜਿਹੜੀ ਹਾਕਮਾਂ ਦੀ ਸੈਨਾ, ਫੌਜਾਂ ਦੀ, ਚੌਧਰੀਆਂ ਦੀ, ਉਹ ਆ ਕੇ ਅੱਗੋਂ ਸਿੰਘਾਂ ਨਾਲ ਲੜਨ ਨੂੰ ਪੈਂਦੀ ਵੀ ਤੁਸੀਂ ਸਾਡੇ ਖੇਤਾਂ 'ਚ ਘੋੜੇ ਕਿਉਂ ਵਾੜੇ ਨੇ।
ਆ ਜਿਹੜੇ ਬੇਮੁਖ ਨੇ, ਮਹਿਮਾ ਨਹੀਂ ਸਮਝਦੇ, ਸਾਰੇ ਨਹੀਂ ਹੁੰਦੇ, ਚੰਗੇ ਵੀ ਹੁੰਦੇ। ਉਹ ਆਪ ਕਹਿੰਦੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਓ, ਤੁਹਾਡਾ ਪਿੰਡ ਹੈ, ਤੁਹਾਡੀ ਧਰਤੀ ਹੈ, ਘੋੜੇ ਵੀ ਤੁਹਾਡੇ, ਖੇਤ ਵੀ ਤੁਹਾਡੇ, ਤੇ ਅਸੀਂ ਵੀ ਤੁਹਾਡੇ। ਤੇ ਜਿਹੜੇ ਆਕੜ ਖਾਂ ਤੁਰਕਾਂ ਦੇ ਪੱਖੀ, ਖਾਲਸੇ ਦੇ ਵਿਰੋਧੀ, ਉਹ ਕਹਿੰਦੇ ਅਸੀਂ ਤਾਂ ਤੀਲਾ ਨਹੀਂ ਤੋੜਨ ਦੇਣਾ, ਤੇ ਫਿਰ ਮਹਾਰਾਜ ਕਹਿੰਦੇ ਅਸੀਂ ਛੱਡਣਾ ਕੋਈ ਨਹੀਂ। ਇਉਂ ਫਿਰ ਖਹਿਬਾਜੀ ਸ਼ੁਰੂ ਹੋਈ ਹੈ ਚੱਲਣੀ। ਹਾਂਜੀ, ਕਹਿੰਦੇ ਜਿਹੜੇ ਖੁਣ ਸਿਖਾਉਂਦੇ ਨੇ ਮਹਿਮਾ ਗੁਰੂ ਨਾਨਕ ਦੀ ਨਹੀਂ ਸਹਿ ਸਕਦੇ, ਵੇਖ ਕੇ ਉਹ ਜਰਦੇ ਨਹੀਂ ਵੀ ਇੰਨੀਆਂ ਫੌਜਾਂ ਲਈ ਫਿਰਦੇ ਨੇ। ਸਰਕਾਰੀ ਫੌਜ ਹੋਵੇ ਤਾਂ ਠੀਕ ਹੈ, ਇਹ ਕਿੱਥੋਂ ਸਰਕਾਰੀ ਥੋੜ੍ਹਾ ਨੇ, ਕਹਿੰਦੇ ਇਹ ਤੇ ਆਪੇ ਹੀ ਫਿਰਦੇ ਨੇ, ਗੁਰੂ ਬਣੇ ਨੇ, ਘੋੜੇ ਲਈ ਫਿਰਦੇ ਨੇ। ਇੱਦਾਂ ਫਿਰ ਉਹ ਸਿੰਘਾਂ ਦੇ ਨਾਲ, ਗੁਰੂ ਦੀਆਂ ਫੌਜਾਂ ਨਾਲ ਝਗੜਾ ਕਰਦੇ ਆ। ਕਹਿੰਦੇ ਮਾਨੋ ਆਪਣੀਆਂ ਜੜ੍ਹਾਂ ਹੀ ਪੁੱਟੀ ਜਾਂਦੇ ਹਨ। ਆਹਾ, ਛੇਵੇਂ ਪਾਤਸ਼ਾਹ ਮਹਾਂਬਲੀ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ ਸੜਦੇ ਅੰਦਰੋਂ ਅੰਦਰੀ। ਕੀ ਕਹਿੰਦੇ ਆ? ਕਹਿੰਦੇ ਇਹਨੇ ਬੜੀ ਫੌਜ ਸਾਡੀ ਮਾਰੀ, ਸਰਕਾਰ ਦੇ ਬੰਦੇ ਮਾਰਿਆ ਗੁਰੂ ਨੇ। ਜਿਹੜਾ ਇਹਦੇ ਨਾਲ ਅੜਦਾ ਹੈ ਗੁਰੂ, ਉਹਦੀ ਆਕੜ ਭੰਨ ਦਿੰਦਾ ਹੈ, ਇਹ ਮਾਰ ਕੇ ਸੁੱਟ ਦਿੰਦਾ। ਗੁਰੂ ਬੜਾ ਡਾਢਾ ਹੈ, ਇਹ ਬਾਦਸ਼ਾਹ ਕੋਲੋਂ ਨਹੀਂ ਡਰਦਾ। ਬੜੀਆਂ ਫੌਜਾਂ ਆ ਜੀ ਚੜ੍ਹ ਕੇ ਉਹਦੇ ਨਾਲ ਲੜ ਪੈਂਦਾ। ਸਰਕਾਰੀ ਫੌਜਾਂ ਦੇ ਮੁਕਾਬਲੇ ਤੇ ਹਥਿਆਰ ਚੁੱਕਣੇ ਕੋਈ ਜੁਰਤ ਵਾਲਾ ਹੀ ਕਰ ਸਕਦਾ। ਇਹ 2 ਲੜਾਈਆਂ ਲੜ ਕੇ ਬਾਦਸ਼ਾਹ ਦੀਆਂ ਫੌਜਾਂ ਖਪਾ ਕੇ ਆਇਆ ਹੈ। ਇੱਕ ਵਾਰੀ ਅੰਮ੍ਰਿਤਸਰ ਦੀ ਲੜਾਈ 'ਚ ਇਹਨੇ 7000 ਬੰਦੇ ਮਾਰੇ ਸਰਕਾਰ ਦੇ। ਦੂਜੀ ਲੜਾਈ 'ਚ ਦੁੱਗਣੇ 14000 ਮਾਰੇ ਹਰਗੋਬਿੰਦਪੁਰੇ। ਬਾਦਸ਼ਾਹ ਇਹਦੇ ਨਾਲ ਲੜਨ ਤੋਂ ਡਰਦਾ। ਹੁਣ ਬਾਦਸ਼ਾਹ ਕਹਿੰਦਾ ਵੀ ਇਹਦੇ ਨਾਲ ਲੜ ਕੇ ਨੁਕਸਾਨ ਹੁੰਦਾ, ਇਸ ਕਰਕੇ ਇਹ ਗੁਰੂ ਬੜਾ ਡਾਢਾ ਹੈ, ਇਹ ਬੜਾ ਬਾਂਕਾ ਯੋਧਾ ਹੈ, ਇਹ ਹਟਦਾ ਨਹੀਂ ਲੜਾਈ ਤੋਂ। ਦੇਖੋ ਪਹਿਲੇ ਗੁਰੂ ਤੇ ਸੁਣੇ ਇਹਨਾਂ ਦੇ ਚੰਗੇ ਸੀਗੇ, ਸ਼ਾਂਤ ਸਰੂਪ ਸੀ, ਉਹ ਕਿਸੇ ਨਾਲ ਝਗੜਦੇ ਨਹੀਂ ਸੀ, ਲੜਦੇ ਨਹੀਂ ਸੀ, ਗੱਦੀ ਤੇ ਬਹਿ ਕੇ ਰਾਮ ਰਾਮ ਜਪਾਉਂਦੇ ਸੀ। ਇਹ ਤਾਂ ਡੰਡਾ ਹੀ ਚੁੱਕੀ ਫਿਰਦਾ ਹੈ, ਇਹ ਸ਼ਸਤਰਧਾਰੀ ਆ, ਬੜਾ ਯੋਧਾ ਬਣਿਆ ਹੈ, ਇਹ ਜੰਗ ਦਾ ਬੜਾ ਬਲੀ ਸੂਰਮਾ ਯੋਧਾ ਹੈ। ਇਹਦਾ ਸਰੀਰਕ ਬਲ ਵੀ ਬੜਾ ਹੈ ਤੇ ਆਤਮਿਕ ਬਲ ਵੀ ਬੜਾ ਹੈ, ਔਰ ਇਹਦੇ ਸਾਹਮਣੇ ਖੜਨਾ ਵੀ ਮੁਸ਼ਕਲ ਹੈ। ਕਹਿੰਦੇ ਇਹਦੇ ਵਰਗਾ ਜਵਾਨ ਵੀ ਕੋਈ ਨਹੀਂ, ਕਰੇ ਕੀ ਕੋਈ ਬੰਦਾ, ਐਡਾ ਇਹ ਜਵਾਨ ਹੈ। ਮਹਾਰਾਜ ਸਰੀਰਕ ਬਲ ਕਰਕੇ ਵੀ ਲਸ਼ਾਨੀ ਸਨ, ਆਤਮਿਕ ਬਲ ਕਰਕੇ ਤਾਂ ਹੈ ਹੀ ਸਨ। ਤੇ ਇਸ ਕਰਕੇ ਕਹਿੰਦੇ ਵੀ ਇਹਦੇ ਨਾਲ ਝਗੜਾ ਕਰਨਾ, ਇਹਦੇ ਮੁਕਾਬਲਾ ਕਰਨਾ ਕਿਸੇ ਦੇ ਵੱਸ ਦੀ ਗੱਲ ਹੈ ਹੀ ਨਹੀਂ। ਨਾ ਇਹਦੇ ਵਰਗਾ ਬਲ ਹੈ ਕਿਸੇ 'ਚ, ਨਾ ਇਹਦੇ 'ਚ ਪਤਾ ਕੀ ਰੂਹਾਨੀ ਪਾਵਰ ਹੈ ਕਿਸੇ ਕੋਲ। ਮੂੰਹ ਚਿਹਰਾ ਬੜਾ ਸੁੰਦਰ ਹੈ ਇਸ ਗੁਰੂ ਦਾ। ਕਹਿੰਦੇ ਇਹ ਬੜਾ ਵੀਰ ਬਲ ਵਾਲਾ ਸੂਰਮਾ ਦੀਰਘ ਯੋਧਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਫਿਰ ਲੋਕ ਜਿਹੜੇ ਨੇ ਗੱਲਾਂ ਕਰਦੇ, ਕੁਝ ਹੱਕ ਦੀਆਂ ਕਰਦੇ, ਕੁਝ ਵਿਰੋਧ ਦੀਆਂ ਕਰਦੇ, ਕਈ ਸਮਾਨ ਦੀਆਂ ਕਰਦੇ। ਮਹਾਰਾਜ ਲੰਘੀ ਜਾਂਦੇ, ਤੁਰੀ ਜਾਂਦੇ, ਉਹ ਫਿਰ ਜਿਹੜੇ ਖੇਤਾਂ 'ਚ ਘੋੜੇ ਘਾੜੇ ਵੱਢਦੇ ਆ, ਉਹਨਾਂ ਤੋਂ ਫਿਰ ਥੋੜ੍ਹਾ ਜਿਹਾ ਮਾਝੇ ਦੇ ਜਿਹੜੇ ਜ਼ਿਮੀਂਦਾਰ ਹਨ, ਚੌਧਰੀ ਹਨ, ਪਿੰਡਾਂ ਦੇ ਮੁਸਲਮਾਨ ਹਿੰਦੂ, ਉਹ ਕਈ ਵਾਰੀ ਈਰਖਾ ਕਰਦੇ ਆ। ਇਸ ਤਰ੍ਹਾਂ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵੱਲ ਤੇ ਫਿਰ ਦੁਆਬੇ 'ਚ, ਫਿਰ ਮਾਲਵੇ ਵਿੱਚ ਚਰਨ ਪਾਉਣਗੇ। ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ